ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਮਹੱਲਾ ਨੌਵੇਂ ਕੇ ਸ਼ਲੋਕ 57। राम नाम उर में गह्यो जाकै सम नहीं कोई। जय सिमरत संकट मिटे दर्श तुहारो होए। राम नाम उर में गह्यो जाके सम नहीं कोए। जय सिमरत संकट मिटे ਦਰਸ ਤੁਹਾਰੋ ਹੋਏ। ਗੁਰੂ ਸਾਹਿਬ ਸਮਝਾਉਂਦੇ ਆ, ਭਾਈ ਸੰਸਾਰ ਦੇ ਵਿੱਚ ਰਾਮ ਨਾਮ ਦੇ ਬਰਾਬਰ ਕੋਈ ਵੀ ਚੀਜ਼ ਨਹੀਂ, ਪਰ ਫਿਰ ਵੀ ਅਸੀਂ ਅਗਿਆਨਤਾ ਦੇ ਵਿੱਚ ਮਾਇਆ ਨੂੰ, ਸੰਪਤ ਨੂੰ, ਉੱਚੇ ਉੱਚੇ ਰੁਤਬਿਆਂ ਨੂੰ, ਰਾਜ ਪਾਟ ਨੂੰ, ਸੰਸਾਰੀ ਵਡਿਆਈ ਨੂੰ ਮੰਨੀ ਬੈਠੇ। ਉਹ ਸਾਡੀ ਅਗਿਆਨਤਾ ਹੈ। ਭਗਤ ਜੀ ਕਹਿੰਦੇ 4 ਦਿਨ ਕੀ ਸਾਹਿਬੀ ਫਿਰ ਹੋਏ ਤਾਤਾ ਰਾਮ। ਕਿੰਨਾ ਕੁ ਚਿਰ ਭਾਈ ਇਹ ਵਡਿਆਈਆਂ, ਸੰਸਾਰ ਦੀ ਸੋਭਾ ਕਿੰਨਾ ਕੁ ਚਿਰ ਤੈਨੂੰ ਪ੍ਰਾਪਤ ਹੋਊਗੀ? ਸਰੀਰ ਦੇ ਨਾਲ ਹੀ ਇਹ ਸਾਰੀਆਂ ਸਮਾਪਤ ਹੋ ਜਾਣੀਆਂ ਨੇ। ਜੇ ਆਪਾਂ ਸਤਿਗੁਰਾਂ ਦੇ ਵਚਨ ਲਈਏ, ਉੱਤਮ ਸ਼ਲੋਕ ਸਾਧ ਕੇ ਵਚਨ ਉਮਲੀਕ ਲਾਲ ਇਹ ਰਤਨ। ਸੁਖਮਨੀ ਸਾਹਿਬ ਸਤਿਗੁਰ ਸਮਝਾਉਂਦੇ ਨੇ 24ਵੀਂ ਅਸ਼ਟਪਦੀ 'ਚ, ਇਹ ਉੱਤਮ ਸ਼ਲੋਕ ਹੈ, ਭਾਵ ਉੱਤਮ ਬਾਣੀ ਹੈ। ਸੰਸਾਰ 'ਚ ਕੋਈ ਵੀ ਐਸਾ ਗ੍ਰੰਥ ਨਹੀਂ ਜਿਹੜਾ ਸਾਨੂੰ ਮਾਇਆ ਪਾਰ ਕਰਾ ਦੇਵੇ। ਜਿੰਨੇ ਵੀ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤੇ ਸਾਰ ਨਾ ਜਾਣੇ, ਆਨੰਦ ਸਾਹਿਬ ਸਤਿਗੁਰਾਂ ਨੇ ਸਮਝਾਇਆ। ਜਿੰਨੇ ਵੀ ਪ੍ਰਾਨਕ ਸਿਮਰਤ ਸ਼ਾਸਤਰ ਜੋ ਗਿਆਨ ਨੇ, ਉਹਨਾਂ ਦੇ ਵਿੱਚ ਉਹ ਸਾਰੇ ਹਟ ਯੋਗ, ਤਪ ਯੋਗ ਸਰੀਰ ਕਰਕੇ ਹੀ ਨੇ। ਅਨੇਕਾਂ ਤਰ੍ਹਾਂ ਦੀਆਂ ਵਿਧੀਆਂ ਨੇ। ਉਹਨਾਂ 'ਚੋਂ ਕੀ ਪੈਦਾ ਹੋ ਜਾਂਦਾ? ਸਾਨੂੰ ਹੰਕਾਰ ਪੈਦਾ ਹੋ ਜਾਂਦਾ। ਇਹੀ ਅਸੀਂ ਕਰਦੇ ਆਏ ਹਾਂ, ਔਰ ਜਦ ਤੱਕ ਇਹ ਸੰਸਾਰ ਚੱਲਦਾ ਐਂ ਹੀ ਕਰਦੇ ਰਹਿਵਾਂਗੇ। ਕਿਵੇਂ ਸਾਡਾ ਛੁਟਕਾਰਾ ਹੋਊਗਾ? ਸਾਡਾ ਛੁਟਕਾਰਾ ਹੋਣਾ ਗੁਰਬਾਣੀ ਨਾਲ, ਗੁਰ ਸ਼ਬਦ ਨਾਲ। ਗੁਣ ਵਿਚਾਰੇ ਗਿਆਨੀ ਸੋਏ, ਗੁਣਮੇ ਗਿਆਨ ਪ੍ਰਾਪਤ ਹੋਏ। ਇਹ ਗੁਰ ਸ਼ਬਦ ਦੇ ਗਿਆਨ 'ਚੋਂ ਇਹ ਸਾਨੂੰ ਗੁਣਾਂ ਦੀ ਪ੍ਰਾਪਤੀ ਹੋਣੀ ਹੈ। ਮਤਵੇਂ ਰਤਨ ਜਵਾਹਰ ਮਾਣਕ ਇਹ ਇੱਕ ਗੁਰ ਕੀ ਸਿੱਖ ਸੁਣੀ। ਗੁਰਾਂ ਇੱਕ ਦੀ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਸਤਿਗੁਰ ਸਮਝਾਉਂਦੇ ਨੇ ਜਪਜੀ ਸਾਹਿਬ 'ਚ। ਇਹ 'ਚੋਂ ਗੁਣ ਪ੍ਰਾਪਤ ਹੁੰਦੇ ਨੇ। ਨਿਰਭਉ, ਨਿਰਵੈਰ, ਕਾਲ ਤੋਂ ਮੁਕਤ ਹੋ ਜਾਂਦਾ ਹੈ ਜੀਵ, ਅਜੂਨੀ ਹੋ ਜਾਂਦਾ ਹੈ, ਸਰੀਰ ਤੋਂ ਪਰੇ ਚਲੇ ਜਾਂਦਾ, ਜਿਉਂਦਾ ਹੀ ਸਰੀਰ 'ਚੋਂ ਪਾਰ ਨਿਕਲ ਜਾਂਦਾ ਹੈ। ਜਿਨੀ ਨਾਮ ਧਿਆਇਆ ਗਏ ਮੁਸੱਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਇਹਦੇ ਬਰਾਬਰ ਫਿਰ ਕਿਵੇਂ ਕੋਈ ਚੀਜ਼ ਹੋ ਸਕਦੀ ਹੈ? ਇਹ ਗਿਆਨ ਜਿਹੜਾ ਸਾਨੂੰ ਗੁਰਬਾਣੀ 'ਚੋਂ ਮਿਲਣਾ, ਗੁਰ ਸ਼ਬਦ 'ਚੋਂ, ਉਹੀ ਸਤਿਗੁਰਾਂ ਨੇ ਸਮਝਾਇਆ। ਸੁਖਮਨੀ ਸਾਹਿਬ ਉੱਤਮ ਸ਼ਲੋਕ ਸਾਧ ਕੇ ਬਚਨ। ਉੱਤਮ ਸ਼ਲੋਕ ਭਾਵ ਉੱਤਮ ਬਾਣੀ ਹੈ। ਇਹ ਬਚਨ ਉੱਤਮ ਨੇ। ਉਮਲੀਕ ਲਾਲ ਇਹ ਰਤਨ, ਇਹ ਆਤਮਾ ਦਾ ਰਤਨ ਹੈ। ਜਿਹੜੇ ਅਸੀਂ ਸਰੀਰ ਕਰਕੇ ਵਸਤਰ, ਗਹਿਣੇ, ਸੰਪਤ, ਜੋ ਵੀ ਅਸੀਂ ਕਮਾਈ ਕਰਦੇ ਹਾਂ, ਇਹਨੂੰ ਵੱਡਾ ਮੰਨਦੇ ਹਾਂ। ਰਾਜ ਪਾਟ, ਉੱਚੇ ਉੱਚੇ ਰੁਤਬੇ, ਉਹ ਸਰੀਰ ਕਰਕੇ ਨੇ। ਆਤਮਾ ਦਾ ਰਤਨ ਇਹ ਹੈ। ਉਮਲੀਕ ਲਾਲ ਇਹ ਰਤਨ। ਅੱਗੇ ਸਤਿਗੁਰ ਸਮਝਾਉਂਦੇ ਨੇ, ਸੁਣਤ ਕਮਾਵਤ ਹੋਤ ਉਧਾਰ, ਆਪ ਤਰੈ ਲੋਕੈ ਨਿਸਤਾਰ। ਜਿਹੜੇ ਇਹਨੂੰ ਸੁਣਦੇ ਵਿਚਾਰਦੇ ਨੇ, ਫਿਰ ਉਹਦੀ ਕਮਾਈ ਕਰਦੇ ਨੇ, ਉਹਦਾ ਆਧਾਰ ਹੁੰਦਾ ਵਾ। ਇਹ ਗੁਰ ਸ਼ਬਦ ਦਾ ਗਿਆਨ ਐਸਾ ਪ੍ਰਕਾਸ਼ ਹੈ, ਸਾਡਾ ਹਨੇਰਾ, ਜਿਹੜੀ ਅਗਿਆਨਤਾ, ਭੈ ਖਤਮ ਹੋ ਜਾਂਦਾ ਇਹਦੇ ਨਾਲ। ਗੁਰਬਾਣੀ ਇਸ ਜਗ ਮੇ ਚਾਨਣ, ਕਰਮ ਬਸੇ ਮਨ ਆਏ। ਕਿਰਪਾ ਨਾਲ ਮਨ 'ਚ ਵਸਦੀ ਹੈ। ਕਿਰਪਾ ਲੈਣੀ ਹੈ ਆਪਾਂ। ਕਿਰਪਾ ਤਾਈਓ ਆਪਾਂ ਲਵਾਂਗੇ ਜੇ ਆਪਾਂ ਗੁਰੂ ਭਗਤਾਂ ਦੇ ਦਰਸਾਏ ਰਾਹ 'ਤੇ ਚੱਲਾਂਗੇ। ਆਪਦੀ ਮਤ ਦਾ ਤਿਆਗ ਹੋਣਾ ਹੈ, ਗੁਰ ਕੀ ਮਤ ਆਪਾਂ ਲੈਣੀ ਹੈ, ਫਿਰ ਪਾਰ ਨਿਕਲਣਾ। ਆਪਾਂ ਆਸਾ ਦੀ ਵਾਰ ਸਤਿਗੁਰਾਂ ਦੇ ਵਚਨ ਲਈਏ।
ਨਾਨਕ ਮਤੀ ਮਿਥਿਆ ਕਰਮ ਸੱਚਾ ਨਿਸ਼ਾਨ। ਆਸਾ ਦੀ ਵਾਰ ਦੇ ਵਿੱਚ ਸਤਿਗੁਰਾਂ ਨੇ ਸਮਝਾਇਆ ਵੀ ਜਿੰਨੀਆਂ ਵੀ ਮੱਤਾਂ, ਜਿੰਨੇ ਵੀ ਜੀਵ ਇਸ ਸੰਸਾਰ ਦੇ ਵਿੱਚ ਜਨਮ ਲੈਂਦੇ ਨੇ ਮਾਇਆ ਕਰਕੇ, ਕਿੱਡੇ ਵੀ ਉੱਚੇ ਰੁਤਬੇ ਪ੍ਰਾਪਤ ਕਰ ਲੈਣ, ਸੰਸਾਰ ਉਹਨੂੰ ਕਿਉਂ ਨਾ ਮੰਨਦਾ ਹੋਵੇ। ਆਪਾਂ ਜਪਜੀ ਸਾਹਿਬ ਦੇ ਬਚਨ ਵੀ ਲੈ ਲੈਂਦੇ ਹਾਂ, ਜੇ ਜੁਗ ਚਾਰੇ ਆਰਜਾਂ ਹੁਣ ਦਸੂਣੀ ਹੋਏ ਨਵਖੰਡਾਂ ਵਿੱਚ ਆਣੀਏ, ਨਾਲ ਚੱਲੇ ਸਭ ਕੋਏ, ਚੰਗਾ ਨਾਉ ਰਖਾਏ ਕਿ ਜਸ ਕੀਰਤ ਜਗ ਲੈ, ਜੇ ਤਿਸ ਨਦਰ ਨਾ ਆਵੀ ਤਾਂ ਬਾਤ ਨਾ ਪੁੱਛੇ ਕਿ ਅੰਤ ਨੂੰ ਕੋਈ ਨਹੀਂ ਸਹਾਈ ਹੋਣਾ। ਸਤਿਗੁਰਾਂ ਦੇ ਵੀ ਬਚਨ ਨੌਵੇਂ ਪਾਤਸ਼ਾਹ ਦੇ, ਹਰ ਗੁਣ ਗਾਏ ਲੈ ਮੰਨਾ ਜੋ ਸੰਗੀ ਹੈ ਤੇਰਾ। ਜੋ ਸੰਗੀ ਹੈ ਸਾਡੇ ਨਾਲ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਉਹਦੀ ਪ੍ਰਾਪਤੀ ਆਪਾਂ ਕਰਨੀ ਆ। ਅੱਖਾਂ ਕੰਨਾਂ ਦਾ ਵਿਸ਼ਾ ਨਹੀਂ ਹੈਗਾ ਇਹ। ਅੱਖਾਂ ਕੰਨਾਂ ਤੋਂ ਭਾਵ ਇਹ ਦੁਨੀਆ ਤੋਂ ਪਰੇ ਧਿਆਨ ਦੀ ਦੁਨੀਆ ਦਾ ਸਾਨੂੰ ਬਾਣੀ ਗਿਆਨ ਕਰਾਉਂਦੀ ਹੈ। ਉਹ ਗਿਆਨ ਹੀ ਫਿਰ ਧਿਆਨ ਬਣ ਜਾਂਦਾ ਹੈ। ਉਹ ਧਿਆਨ ਨਾਲ ਹੀ ਸਾਰੀ ਖੇਲ ਸਮਝ ਆਉਣੀ ਹੈ। ਧੁਨ ਮੇਂ ਧਿਆਨ, ਧਿਆਨ ਮੇਂ ਜਾਣਿਆ। ਜਿੱਥੇ ਸਤ ਦੀ ਕਿਰਪਾ ਹੋ ਗਈ ਇਹ, ਫਿਰ ਸਾਨੂੰ ਇਹ ਪ੍ਰਾਪਤੀ ਹੋਣੀ ਹੈ ਗੁਰ ਸ਼ਬਦ ਦੇ ਗਿਆਨ 'ਚੋਂ। ਫਿਰ ਸਾਡਾ ਧਿਆਨ ਲੱਗਣਾ ਵਾ, ਉਹ ਧਿਆਨ ਹੀ ਫਿਰ ਆਰਾਧਨਾ ਬਣਨੀ ਹੈ। ਜਿਹੜੀ ਚੀਜ਼ ਨੂੰ ਅਸੀਂ ਪ੍ਰੇਮ ਕਰਦੇ ਹਾਂ ਲਾਸਟ ਨੂੰ ਸਾਨੂੰ ਉਹੀ ਪ੍ਰਾਪਤ ਹੁੰਦੀ। ਸਤਿਗੁਰਾਂ ਦੇ ਵਚਨ ਨੇ, ਸਾਈਂ ਬਸਤ ਪ੍ਰਾਪਤ ਹੋਈ ਜਾਂ ਸਿਉ ਲਾਇਆ ਹੇਤ, ਅੰਤ ਨੂੰ ਉਹ ਫਿਰ ਖੜੀ ਹੋ ਜਾਂਦੀ। ਇਹ ਖੇਤ ਸਰੀਰ ਬੀਜੇ ਸੋ ਆਣ ਖਲੋਏ, ਜਿਹੜਾ ਵੀ ਆਪਾਂ ਬੀਜਾਂਗੇ 'ਚ ਖੜਾ ਹੋ ਜਾਣਾ ਵਾ। ਆਸਾ ਦੀ ਵਾਰ ਸਤਿਗੁਰਾਂ ਨੇ ਸਮਝਾਇਆ, ਨਾਨਕ ਮਤੀ ਮਿਥਿਆ ਕਰਮ ਸੱਚਾ ਨਿਸ਼ਾਨ। ਸੰਸਾਰੀ ਰੁਤਬੇ ਕਿੱਡੇ ਵੀ ਅਸੀਂ ਪ੍ਰਾਪਤ ਕਰ ਲਈਏ, ਪਰ ਕਾਲ ਨਹੀਂ ਛੱਡਦਾ। ਰਾਜਾ ਪਰਜਾ ਸਭ ਕਰ ਮਾਰੇ, ਐਸੋ ਕਾਲ ਵਡਾ ਨੀਰੇ। ਬਾਣੀ ਚਿੰਤਾ ਮੁਕਤ ਹੈ, ਕਾਲ ਮੁਕਤ ਹੈ। ਸਭ ਤੋਂ ਪਹਿਲਾਂ ਸਾਡਾ ਜਿਹੜਾ ਮੌਤ ਦਾ ਕੰਮ ਮੁੱਕਦਾ ਹੈ, ਜੰਮਣ ਮਰਨ ਦਾ, ਕਾਲ ਦਾ। ਪ੍ਰਭ ਕੇ ਸਿਮਰਨ ਕਾਲ ਪਰ ਹਰੇ, ਪ੍ਰਭ ਕੇ ਸਿਮਰਨ ਦੁਸ਼ਮਣ ਟਰੇ। ਜਿਵੇਂ ਜਿਵੇਂ ਸਿਮਰਨ ਤੋਂ ਭਾਵ ਗਿਆਨ ਸੋਝੀ ਵੱਧਦੀ ਚਲੀ ਜਾਂਦੀ ਹੈ, ਪ੍ਰਕਾਸ਼ ਚਾਨਣ ਹੋ ਹੀ ਜਾਂਦਾ ਅੰਦਰ ਸਾਡੇ, ਇਵੇਂ ਜੀਵਾਤਮਾ ਕਾਲ ਤੋਂ ਮੁਕਤ ਹੋ ਜਾਂਦੀ ਹੈ। ਸਮੇਂ ਤੋਂ ਪਰੇ ਉਹਦੇ ਕੋਈ ਅਸਰ ਨਹੀਂ ਹੁੰਦਾ, ਸਮੇਂ ਦਾ, ਮਾਇਆ ਦਾ ਉਹ 'ਤੇ ਅਸਰ ਹੀ ਨਹੀਂ ਹੁੰਦਾ ਹੈਗਾ। ਇਹ ਐਸੀ ਹੈ, ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹਿ ਤਾਰੇ। ਇਹ ਐਸੀ ਬਾਣੀ ਹੈ ਭਾਈ, ਸੰਸਾਰ 'ਚੋਂ ਸਾਡਾ ਜੰਮਣ ਮਰਨ ਦਾ ਖਹਿੜਾ ਛੁਡਾਉਂਦੀ ਹੈ। ਦੁੱਖ ਪਰ ਹਰ ਸੁੱਖ ਕਰ ਲੈ ਜਾਏ। ਜਪਜੀ ਸਾਹਿਬ ਸਤਿਗੁਰ ਸਮਝਾਉਂਦੇ ਨੇ, ਦੁੱਖ ਸਾਗਰ 'ਚੋਂ ਕੱਢ ਕੇ ਸਾਨੂੰ ਸੁੱਖ ਸਾਗਰ 'ਚ ਲੈ ਜਾਂਦੀ ਹੈ। ਫਿਰ ਇਹਦੇ ਬਰਾਬਰ ਕਿਵੇਂ ਕੋਈ ਚੀਜ਼ ਹੋ ਸਕਦੀ ਹੈ। ਸੰਸਾਰਿਕ ਜਿੰਨੀਆਂ ਮੱਤਾਂ ਨੇ ਸਾਡੀਆਂ, ਸਾਰੀ ਮਾਨਵ ਸੋਚ ਹੈ। ਉਹਨਾਂ ਸਾਨੂੰ ਕੀ ਪੈਦਾ ਹੁੰਦਾ ਹੈ, ਘਰ ਬਾਰ ਛੱਡ ਕੇ ਜਾਣਾ, ਹਟ ਯੋਗ, ਤਪ ਯੋਗ, ਅਨਕ ਤਪੱਸਿਆ ਕਰੇ ਹੰਕਾਰ। ਉਹ 'ਚੋਂ ਤਾਂ ਹੰਕਾਰ ਪੈਦਾ ਹੋ ਗਿਆ। ਫਿਰ ਸਾਡਾ ਸੰਸਾਰ 'ਤੇ ਆਉਣਾ ਨਿਸਫਲ ਹੋ ਜਾਂਦਾ। ਉਹੀ ਸਤਿਗੁਰਾਂ ਨੇ ਸਮਝਾਇਆ ਆਪਾਂ ਨੂੰ ਸੁਖਮਨੀ ਸਾਹਿਬ ਦੇ ਵਿੱਚ, ਸੁਣਤ ਕਮਾਵਤ ਹੋਤ ਆਧਾਰ, ਆਪ ਤਰੇ ਲੋਕੇ ਨਿਸਤਾਰ। ਸਫਲ ਜੀਵਨ ਸਫਲਤਾ ਕਾ ਸੰਗ, ਜਾ ਕੇ ਮਨ ਲਾਗਾ ਹਰ ਰੰਗ। ਇਹ ਰੰਗ ਜਿਹੜਾ ਗੁਰੂ ਸ਼ਬਦ ਦਾ ਗਿਆਨ ਹਰੀ ਦਾ, ਇਹ ਮਨ 'ਤੇ ਚੜ੍ਹ ਜਾਂਦਾ, ਮਨ ਬੁੱਧੀ 'ਤੇ। ਐਸਾ ਨਾਮ ਜਪੋ ਮਨ ਰੰਗ, ਨਾਨਕ ਪਾਈਏ ਸਾਧ ਕੇ ਸੰਗ। ਸਤਿਗੁਰਾਂ ਦੀ ਵਚਨ ਨੇ ਸੁਖਮਨੀ ਸਾਹਿਬ 'ਚ। ਇਹ ਰੰਗ ਚੜ੍ਹ ਜਾਂਦਾ ਮਨ ਬੁੱਧੀ ਨੂੰ, ਸਰੀਰ 'ਤੇ ਨਹੀਂ ਚੜ੍ਹਦਾ, ਇਹ ਮਨ ਬੁੱਧੀ 'ਤੇ ਚੜ੍ਹਦਾ ਵਾ। ਉਹ ਫਿਰ ਲੈਂਦਾ ਨਹੀਂ, ਸੱਚਾ ਰੰਗ ਕਦੇ ਨਾ ਉਤਰੇ, ਇਹ ਨਹੀਂ ਫਿਰ ਲੈਂਦਾ ਹੈਗਾ। ਇਹੀ ਸਾਡੇ ਨਾਲ ਜਾਂਦਾ ਵਾ। ਇਹੀ ਪ੍ਰਾਪਤੀ ਆਪਾਂ ਕਰਨੀ ਹੈ। ਉਹ ਸਤਿਗੁਰਾਂ ਨੇ ਸਮਝਾਇਆ, ਆਪ ਤਰੇ ਲੋਕੈ ਨਿਸਤਾਰ, ਸਫਲ ਜੀਵਨ ਸਫਲਤਾ ਕਾ ਸੰਗ, ਜਾ ਕੇ ਮਨ ਲਾਗਾ ਹਰ ਰੰਗ। ਜੈ ਜੈ ਸ਼ਬਦ ਅਨਾਹਦ ਵਾਜੇ, ਸੁਨ ਸੁਨ ਨੰਦ ਕਰੇ ਪ੍ਰਭ ਗਾਜੇ। ਜਿਹੜੀ ਦੁਨੀਆ ਸਾਰੀ ਪਿੱਛੇ ਤੋਂ ਬੜੇ ਬੜੇ ਧਰਮ, ਬੜੇ ਬੜੇ ਰਿਸ਼ੀ ਮੁਨੀ ਵਿਚਾਰੇ ਉਹ ਅੰਮ੍ਰਿਤ ਨਾਮ ਰੂਪੀ ਨੂੰ ਲੱਭਦੇ ਰਹੇ। ਸਤਿਗੁਰੂ ਸਮਝਾਉਂਦੇ ਨੇ, ਜਿਹੜੇ ਇਹਦੀ ਕਮਾਈ ਕਰਦੇ ਨੇ ਉਹਨਾਂ ਦੇ ਅੰਦਰ ਉਹ ਆਨੰਦ ਸ਼ਬਦ ਸੁਣਦਾ ਹੈ। ਉਹੀ ਤਾਂ ਨਾਮ ਹੈ, ਉਹੀ ਤਾਂ ਨਾਦ ਹੈ। ਅਨੇਕਾਂ ਨਾਮ ਦੇ ਕੇ ਸਾਨੂੰ ਸਮਝਾਇਆ। ਉਹ ਨਿਰਾਕਾਰ ਦੁਨੀਆ ਭਾਵ ਆਕਾਰ ਤੋਂ ਰਹਿਤ ਸਾਨੂੰ ਬਾਣੀ ਬਾਰ-ਬਾਰ ਉਪਦੇਸ਼ ਦੇ ਕੇ ਸਮਝਾ ਰਹੀ ਵੀ ਕਿਵੇਂ ਨਾ ਕਿਵੇਂ ਜੀਵ ਨੂੰ ਸਮਝ ਆ ਜਾਵੇ। ਸਮਝ ਸਾਨੂੰ ਤਾਂ ਆਊਗੀ ਜੇ ਅਸੀਂ ਗੁਰੂ ਭਗਤਾਂ ਦੇ ਦਰਸਾਈ ਰਾਹ 'ਤੇ ਚੱਲਾਂਗੇ। ਜਿਵੇਂ ਨਦੀਆਂ ਨਾਲੇ ਹੋਏ ਸਮੁੰਦਰ ਨਾ ਜਾਣੀਏ, ਸਮੁੰਦਰ ਨੂੰ ਨਹੀਂ ਜਾਣਦੇ ਚੱਲੇ ਹੋਏ ਨੇ, ਐਵੇਂ ਆਪਾਂ ਗੁਰੂ ਸ਼ਬਦ ਦੇ ਪਿੱਛੇ ਪਿੱਛੇ ਚੱਲਣਾ ਆਤਮਾ ਨੇ। ਫਿਰ ਸਾਨੂੰ ਆਤਮ ਗਿਆਨ ਹੋ ਜਾਂਦਾ। ਆਤਮਾ ਪ੍ਰਾਤਮਾ ਇੱਕੋ ਕਰੇ, ਅੰਤਰ ਕੀ ਦੁਵਿਧਾ ਅੰਤਰ ਮਰੇ। ਦੁਵਿਧਾ ਸੰਸਾਰ ਇਹਦਾ ਖਤਮ ਹੋ ਜਾਂਦਾ, ਇਹ ਦੇਵ ਲੋਕ ਪਹੁੰਚ ਜਾਂਦੀ ਹੈ, ਜਿਹਨੂੰ ਸੈਂਟਰ ਵੀ ਕਿਹਾ ਬਾਣੀ ਵਿੱਚ। ਭਗਤ ਕਬੀਰ ਜੀ ਨੇ ਸਹਿ ਸੁਣ ਕੇ ਘਾਟ ਕਿਹਾ, ਖੋਜਤ ਮੁੰਜਨ ਬਾਟ ਤਾਂ ਕਬੀਰਾ ਮਟਕੀਆ। ਉੱਥੋਂ ਫਿਰ ਆਪਣੀ ਨਾਮ ਦੀ ਭਗਤੀ ਸ਼ੁਰੂ ਹੁੰਦੀ ਹੈ। ਇਹ ਗੁਰ ਕਾ ਸ਼ਬਦ ਸਾਨੂੰ ਮਾਇਆ ਪਾਰ ਕਰਾ ਦਿੰਦਾ ਹੈ। ਪਾਰੋ ਪਾਰ ਪ੍ਰੀਤਮ ਗੁਰ ਸ਼ਬਦ ਲੰਘਾਵੇ। ਉਹ ਸਤਿਗੁਰ ਸਮਝਾਉਂਦੇ ਨੇ,
ਰਾਮ ਨਾਮ ਉਰਮੇ ਗਏ ਉਹ ਜਾ ਕੇ ਸਾਹਮਣੇ। ਕੋਈ ਜਿਹੜੇ ਇਹਨੂੰ ਵਿਚਾਰ ਲੈਂਦੇ ਨੇ, ਇਹ ਭਗਤੀ ਕਰਦੇ ਨੇ, ਇਹ 'ਤੇ ਚੱਲਦੇ ਨੇ, ਉਹਨਾਂ ਨੂੰ ਇਹ ਸਮਝ ਪੈਂਦੀ ਹੈ, ਉਹਨਾਂ 'ਤੇ ਇਹ ਕਿਰਪਾ ਹੁੰਦੀ ਹੈ। ਇਹੀ ਕਿਰਪਾ ਲੈਣ ਤਾਂ ਆਪਾਂ ਆਏ ਹਾਂ ਸਾਰੇ। ਜੇ ਆਪਾਂ ਇਹਨੂੰ ਵਿਚਾਰਾਂਗੇ, ਬਾਣੀ ਨੂੰ ਸੱਤ ਕਰਕੇ ਮੰਨਾਂਗੇ, ਤਾਂ ਆਪਣੇ 'ਤੇ ਕਿਰਪਾ ਹੋਣੀ ਆ। ਜਹ ਸਿਮਰਤ ਸੰਕਟ ਮਿਟੇ, ਜਿਹਨੂੰ ਸਮਝਣ ਤੋਂ ਬਾਅਦ ਸੰਕਟ ਭਾਵ ਜਿਹੜਾ ਸਾਡੇ ਮੂਹਰੇ ਕਾਲ ਆ ਰਿਹਾ, ਔਖੀ ਘੜੀ ਆ ਰਹੀ, ਅਸੀਂ ਮਾਇਆ ਦੀ ਗਾਈ ਜਾਂਦੇ ਹਾਂ। ਔਖੀ ਘੜੀ ਤਾਂ ਸਾਡੇ ਸਾਹਮਣੇ ਆ ਰਹੀ ਹੈ। ਸਤਿਗੁਰਾਂ ਨੂੰ ਦਿਵ ਦ੍ਰਿਸ਼ਟੀ ਨਾਲ ਪਤਾ, ਸਾਨੂੰ ਦੀਂਦਾ ਨਹੀਂ ਹੈਗਾ। ਜਦੋਂ ਕਾਲ ਆ ਜਾਂਦਾ, ਬਿਰਧ ਪਿਓ ਸੋਝੇ ਨਹੀਂ ਕਾਲ ਪਹੁੰਚਿਓ ਆਨ। ਕੋਈ ਸਤਿਗੁਰ ਸਮਝਾਉਂਦੇ ਨੇ, ਇਹਦੀ ਸਿਮਰਤ ਭਾਵ ਸੋਝੀ ਨਾ ਸੰਕਟ ਮਿਟੇ, ਦਰਸ ਤੁਹਾਰ ਹੋਏ। ਉਹ ਔਖੀ ਘੜੀ ਇਸ ਸਰੀਰ 'ਚ ਰਹਿੰਦਿਆਂ ਆਪਾਂ ਉਹਦੀ ਭਗਤੀ ਕਰਨੀ ਹੈ, ਇਹ ਤੋਂ ਛੁਟਕਾਰਾ ਪਾਉਣਾ ਵਾ, ਫਿਰ ਉਹਦਾ ਦਰਸ਼ਨ ਹੋਣਾ। ਆਪਾਂ ਜੇ ਭਗਤ ਕਬੀਰ ਜੀ ਦਾ ਸਲੋਕ ਲਈਏ, ਉਹ ਕੀ ਸਮਝਾਉਂਦੇ ਨੇ, ਆਪਾਂ ਉਹਦੀ ਵਿਚਾਰ ਕਰਦੇ ਹਾਂ। ਭਗਤ ਜੀ ਕੀ ਸਮਝਾਉਣਾ ਚਾਹੁੰਦੇ ਨੇ। ਭੈਰੋਂ ਬਾਣੀ ਭਗਤਾਂ ਕੀ ਕਬੀਰ ਜੀਓ ਕੇ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਭਗਤ ਜੀ ਸਮਝਾਉਂਦੇ ਨੇ, ਇਹ ਧਨ ਮੇਰੇ ਹਰ ਕੋ ਨਾਓ, ਗਾਠ ਨਾ ਬਾਂਧੂ ਵੇਚ ਨਾ ਖਾਓ। ਜਿਹੜੇ ਗੁਰਸਿੱਖ ਗੁਰੂ ਭਗਤਾਂ ਦੇ ਸਾਏ ਰਾਹ 'ਤੇ ਚੱਲ ਕੇ ਹਰ ਨਾਮ ਦੀ ਪ੍ਰਾਪਤੀ ਕਰ ਲੈਂਦੇ ਨੇ, ਹਰ ਦਾ ਦਰਸ਼ਨ ਕਰ ਲੈਂਦੇ ਨੇ, ਭਗਤ ਜੀ ਸਮਝਾਉਂਦੇ, ਨਾ ਤਾਂ ਭਾਈ ਉਹਨੂੰ ਅਸੀਂ ਅੰਦਰ ਰੱਖ ਸਕਦੇ ਹਾਂ, ਕਿਉਂ ਗੰਗਾ ਫੁੱਟ ਪੈਂਦੀ ਹੈ, ਇਹਨੂੰ ਕੋਈ ਨਹੀਂ ਰੋਕ ਸਕਦਾ। ਇਹੀ ਤਾਂ ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ। ਮਾਇਆ ਦੇ ਜਿੰਨੇ ਵੀ ਰਿਸ਼ਤੇ ਨੇ ਸਾਡੇ ਆਤਮਾ ਦੇ ਪਏ ਹੋਏ, ਸਾਰੇ ਮੋਹ ਦੇ ਬੰਧਨ ਟੁੱਟ ਜਾਂਦੇ। ਆਤਮਾ ਆਪਦੇ ਮੂਲ ਹਰ ਦਾ ਦਰਸ਼ਨ ਕਰ ਲੈਂਦੀ ਹੈ। ਉਹੀ ਭਗਤ ਜੀ ਸਮਝਾਉਂਦੇ ਨੇ, ਇਹ ਧਨ ਮੇਰੇ ਹਰ ਕੋ ਨਾਓ, ਗਾਠ ਨਾ ਬਾਂਧੂ ਵਿੱਚ ਨਾ ਖਾਓ। ਇਹ ਤਾਂ ਭਾਈ ਉਹਦੀ ਕਿਰਪਾ ਰਹਿਮਤ ਨਾਲ ਮਿਲਦਾ। ਇਹ 'ਤੇ ਕੋਈ ਭੇਟਾ ਨਹੀਂ, ਕੋਈ ਪੈਸਾ ਨਹੀਂ, ਇਹ ਤਾਂ ਸਮਾਂ ਕੱਢਣਾ, ਆਪਾਂ ਇਹਨੂੰ ਵਿਚਾਰਨਾ ਵਾ, ਸਮਝਣਾ ਵਾ, ਇਹੀ ਇਹਦੀ ਪ੍ਰਾਪਤੀ ਹੈ। ਉਹੀ ਭਗਤ ਜੀ ਸਮਝਾਉਂਦੇ ਨੇ, ਇਹ ਧਨ ਮੇਰੇ ਹਰ ਕੋ ਨਾਓ, ਗਾਠ ਨਾ ਬਾਂਧੂ ਵਿੱਚ ਨਾ ਖਾਓ। ਰਹਾਓ, ਨਾਉ ਮੇਰੀ ਖੇਤੀ, ਨਾਉ ਮੇਰੀ ਵਾਰੀ, ਭਗਤ ਕਰੋ ਜਨ ਸਰਨ ਤੁਮਾਰੀ। ਜਿਹੜੇ ਉਹਦੀ ਸਰਨ ਚਲੇ ਜਾਂਦੇ ਨੇ, ਸਤਿਗੁਰ ਆਇਓ ਸਰਨ ਤੁਮਾਰੀ, ਮਿਲੇ ਸੂਖ ਨਾਮ ਹਰ ਸੋਭਾ, ਚਿੰਤਾ ਜਾਏ ਹਮਾਰੀ। ਚਿੰਤਾ ਖਤਮ ਹੋ ਜਾਂਦੀ ਹੈ ਗੁਰ ਸ਼ਬਦ ਦੇ ਗਿਆਨ ਤੋਂ ਬਾਅਦ। ਆਤਮਾ ਪ੍ਰਾਤਮਾ ਆਪਦੇ ਮੂਲ ਜਸਦਾ ਕਰਦੀ ਹੈ ਅਤੇ ਚਿੰਤਾ ਮੁਕਤ ਹੋ ਜਾਂਦੀ ਹੈ। ਉਹੀ ਭਗਤ ਜੀ ਸਮਝਾਉਂਦੇ ਨੇ, ਉਹੀ ਮੇਰੀ ਖੇਤੀ ਹੈ, ਉਹ ਆਤਮਾ ਦੀ ਖੇਤੀ ਹੈ, ਉਹ ਆਤਮ ਗਿਆਨ ਹੈ। ਜਿਹੜੀ ਬਾਹਰ ਅਸੀਂ ਕਰਦੇ ਹਾਂ, ਉਹ ਸਰੀਰ ਕਰਕੇ ਹੈ। ਇਹੀ ਭਗਤੀ ਹੈ, ਇਹੀ ਆਪਾਂ ਕਰਨੀ। ਇਹ ਕੰਮਕਾਰ ਕਰਦੇ ਵੀ ਆਪਾਂ ਕਰ ਸਕਦੇ ਹਾਂ। ਹਾਥ ਪਾਉ ਕਾਮ ਕਰ ਸਭ ਚੀਤ ਨਿਰੰਜਨ ਨਾਲ, ਕੰਮ ਕਰਦੇ ਹੋਏ ਵੀ ਆਪਾਂ ਇਹ ਭਗਤੀ ਕਰ ਸਕਦੇ ਹਾਂ। ਅੱਗੇ ਭਗਤ ਜੀ ਕੀ ਸਮਝਾਉਂਦੇ ਆ, ਨਾਉ ਮੇਰੀ ਮਾਇਆ, ਨਾਉ ਮੇਰੀ ਪੂੰਜੀ, ਤੁਮੇ ਛਾੜ ਜਾਨੂ ਨਹੀਂ ਦੂਜੀ। ਜਿਹੜੇ ਗੁਰੂ ਭਗਤਾਂ ਦਰਸਾਏ ਰਾਹ 'ਤੇ ਚੱਲਦੇ ਨੇ, ਉਹ ਇੱਕ ਦਾ ਹੀ ਗਿਆਨ ਲੈਂਦੇ ਨੇ, ਇੱਕ ਦਾ ਹੀ ਗਿਆਨ ਦਿੰਦੇ ਨੇ। ਬ੍ਰਹਮ ਦੀਸੇ ਬ੍ਰਹਮ ਸੁਣੀਏ, ਇੱਕੋ ਇੱਕ ਬਖਾਨੀਏ, ਆਤਮ ਪਸਾਰਾ ਕਰਨੇ ਹਾਰਾ, ਏਕ ਬਿਨਾ ਨਹੀਂ ਜਾਣੀ। ਜਦ ਤੱਕ ਆਤਮਾ ਪ੍ਰਾਤਮਾ ਇੱਕ ਨਹੀਂ ਹੁੰਦੀ, ਇੱਕ ਦਾ ਗਿਆਨ ਨਹੀਂ ਹੁੰਦਾ। ਉਸ ਅਵਸਥਾ 'ਚ ਜਾ ਕੇ ਤਾਂ ਇਹ ਬਾਣੀ ਉਚਾਰੀ ਹੋਈ ਹੈ। ਉਸ ਅਵਸਥਾ 'ਚ ਹੀ ਜਾ ਕੇ ਸਾਨੂੰ ਸਮਝ ਆਉਣੀ ਹੈ। ਜਦ ਤੱਕ ਉਹਦੀ ਕਿਰਪਾ ਰਹਿਮਤ ਨਹੀਂ ਹੁੰਦੀ, ਸਾਡਾ ਸੰਸਾਰ 'ਚੋਂ ਛੁਟਕਾਰਾ ਨਹੀਂ ਹੁੰਦਾ। ਸਾਡਾ ਜੰਮਣ ਮਰਨ ਹੀ ਨਹੀਂ ਕੱਟਿਆ। ਸਰੀਰ ਕਰਕੇ ਅਸੀਂ ਪੂਰਨ ਹੋ ਜਾਂਦੇ ਹਾਂ, ਆਤਮਾ ਕਰਕੇ ਹੋਣਾ ਵਾ। ਉਸ ਤੋਂ ਬਾਅਦ ਤਾਂ ਨਾਮ ਭਾਵ ਹੁਕਮ ਦਾ ਦਰਸ਼ਨ ਹੁੰਦਾ, ਫਿਰ ਸਾਡਾ ਜੰਮਣ ਮਰਨ ਦਾ ਛੁਟਕਾਰਾ ਹੁੰਦਾ। ਪਛਤਾ ਮ੍ਰਿਤ ਲੋਕ 'ਚ ਹੀ ਬੈਠੇ ਸਾਰਾ ਕੁਛ ਭਾਲੀ ਜਾਂਦੇ ਹਾਂ। ਮਰਨ ਲਿਖਾਏ ਮੰਡਲ ਮੇ ਆਏ, ਜੀਵਨ ਸਾਜੇ ਮਾਈ। ਮ੍ਰਿਤ ਲੋਕ ਸਾਨੂੰ ਛੱਡਣਾ ਪੈਣਾ ਵਾ। ਸਾਡਾ ਜਾਣ ਨੂੰ ਜੀਅ ਨਹੀਂ ਕਰਦਾ ਤਾਂ ਕੀ ਹੋਇਆ, ਰੱਜ ਨਾ ਕੋਈ ਜੀਵ ਆ। ਸਤਿਗੁਰ ਤਾਂ ਸਮਝਾਉਂਦੇ ਨੇ, ਕਿਸੇ ਦਾ ਵੀ ਜਾਣ ਨੂੰ ਜੀਅ ਨਹੀਂ ਕਰਦਾ ਭਾਈ। ਭਗਤ ਜੀ ਸਮਝਾਉਂਦੇ, ਨਾਉ ਮੇਰੇ ਬੰਧਪ, ਨਾਉ ਮੇਰੇ ਭਾਈ, ਨਾਉ ਮੇਰੇ ਸੰਗ ਅਥ ਹੋਏ ਸਖਾਈ। ਇਹੀ ਸਖਾ ਹੈ, ਆਤਮਾ ਦਾ ਨਾਮ। ਇਹਦੀ ਪ੍ਰਾਪਤੀ ਖਾਤਰ ਆਪਾਂ ਨੂੰ ਇਹ ਜੀਵਨ ਮਿਲਿਆ। ਜੈ ਪ੍ਰਸਾਦ ਪਾਈ ਦੁਰਲੱਭ ਦੇ, ਨਾਨਕ ਤਾਂ ਕੀ ਭਗਤ ਕਰੀਏ। ਭਗਤੀ ਕਰਨੀ ਹੈ ਭਾਈ। ਜਿਹੜੀ ਮਾਇਆ ਸੰਸਾਰ ਸਾਨੂੰ ਮਿਲਦੀ ਹੈ, ਧੀ ਪੁੱਤ ਜੋ ਰਿਸ਼ਤੇ ਮਿਲਦੇ, ਇਹ ਵੀ ਉਹਦੀ ਕਿਰਪਾ ਹੀ ਹੈ। ਜਦੋਂ ਦੇਹੀ ਉਹਦੀ ਕਿਰਪਾ ਨਾਲ ਮਿਲੀ ਹੈ, ਸੰਸਾਰੀ ਧਨ ਵੀ ਉਹਦੀ ਕਿਰਪਾ ਨਹੀਂ ਮਿਲਦਾ ਵਾ। ਜਿਸ ਧਨ ਕੋ ਚਾਰ ਕੋ ਟੁੱਟਤਾਵੇ, ਸੋ ਧਨ ਹਰ ਸੇਵਾ ਤੇ ਪਾਵੇ। ਉਹ ਵੀ ਉਹਦੀ ਕਿਰਪਾ ਨਹੀਂ ਮਿਲਦਾ ਵਾ। ਅੱਗੇ ਭਗਤ ਜੀ ਕੀ ਸਮਝਾਉਂਦੇ, ਮਾਇਆ ਮੈਂ ਜਿਸ ਰੱਖੇ ਉਦਾਸ, ਕਹੇ ਕਬੀਰ ਹੂੰ ਤਾਂ ਕੋ ਉਦਾਸ। ਤਿਆਗ ਭਾਵ ਮਾਇਆ ਤੋਂ ਤਿਆਗ, ਇਹੀ ਭਗਤੀ ਹੈ। ਆਪਦੀ ਮਤ ਛੱਡਣੀ ਹੈ, ਅਸੀਂ ਇਹਦਾ ਤਿਆਗ ਕਰਨਾ ਹੈ। ਆਪਦੀ ਮਤ ਨਾਲ ਤਾਂ ਅਸੀਂ ਕਰ ਨਹੀਂ ਸਕਦੇ, ਕਿਉਂਕਿ ਮੋਹ ਦਾ ਜਾਲ ਹੈ ਸੰਸਾਰ।
ਸਤਿਗੁਰਾਂ ਦੇ ਵਚਨ ਲੈ ਲੈਂਦੇ ਆਪਾਂ। ਮਨ ਰੇ ਹਉਮੈ ਮੋਹ ਦੁਖ ਭਾਰੀ, ਇਹ ਭਉਜਲ ਜਗਤ ਨ ਜਾਈ ਤਰਣਾ, ਗੁਰਮੁਖ ਤਰ ਹਰ ਤਾਰੀ। ਇਹ ਮੋਹ ਦਾ ਜਾਲ ਆਪਾਂ ਨਹੀਂ ਆਪ ਕੱਟ ਸਕਦੇ, ਇਹ ਗੁਰ ਕੀ ਮਤ ਨਾ ਕੱਟਿਆ ਜਾਣਾ। ਭਗਤ ਕਬੀਰ ਜੀ ਵੀ ਸਮਝਾਉਂਦੇ ਨੇ, ਉਪਜਿਆ ਸਹਿਜ ਗਿਆਨ ਮਤ ਜਾਗੀ। ਜਦੋਂ ਮਨ ਟਿਕਦਾ ਹੈ, ਥਿਰ ਹੁੰਦਾ ਹੈ, ਫਿਰ ਜੋ ਗਿਆਨ ਮਤ ਪੈਦਾ ਹੁੰਦੀ ਹੈ। ਰਹਿ ਰਸ ਵੀ ਆਪਾਂ ਰੋਜ਼ ਪੜ੍ਹਦੇ ਹਾਂ। ਸਤਿਗੁਰਾਂ ਦੇ ਵਚਨ ਨੇ, ਗੁਰਸਾਖੀ ਜੋਤ ਪ੍ਰਗਟ ਹੋਈ। ਗੁਰਸਾਖੀ ਤੋਂ ਭਾਵ ਗੁਰੂ ਦੀ ਸਿੱਖਿਆ ਲੈਂਦੇ ਰਹਿਣਾ। ਸਾਡਾ ਸਾਰਾ ਜੀਵਨ ਉਹ ਸਿੱਖਿਆ ਲੈਂਦੇ ਲੈਂਦੇ ਨਿਕਲ ਜਾਵੇ ਤੇ ਜੀ ਪਾਰ ਨਿਕਲ ਜਾਂਦਾ। ਸਿੱਖਿਆ ਲੈਣ ਤਾਂ ਆਇਆ ਇਹ, ਆਇਆ ਸੁਣ ਪੜ੍ਹਨ ਕੋ ਬਾਣੀ, ਨਾਮ ਵਿਸਾਰ ਲੱਗੇ ਲਾਲਚ ਬਿਰਥਾ ਜਨਮ ਪ੍ਰਾਣੀ। ਜਿਹੜੇ ਗੁਰਸ਼ਬਦ ਦੀ ਕਮਾਈ ਨਹੀਂ ਕਰਦੇ, ਗੁਰੂ ਭਗਤਾਂ ਦਰਸਾਏ ਰਾਹ 'ਤੇ ਨਹੀਂ ਚੱਲਦੇ, ਉਹਨਾਂ ਦਾ ਜੀਵਨ ਐਵੇਂ ਵਿਅਸਤ ਚਲੇ ਜਾਂਦਾ। ਆਓ ਸਾਰੇ ਮਿਲ ਕੇ ਆਪਾਂ ਵੀ ਇਹਨੂੰ ਵਿਚਾਰਦੇ ਰਹੀਏ, ਸਾਡਾ ਵੀ ਸੰਸਾਰ 'ਤੇ ਆਉਣਾ ਸਫਲ ਹੋਵੇ, ਸਾਨੂੰ ਵੀ ਇਹ ਪ੍ਰਾਪਤੀ ਹੋਵੇ ਜੋ ਭਗਤ ਕਬੀਰ ਜੀ ਸਮਝਾਉਣਾ ਚਾਹੁੰਦੇ। ਮਾਇਆ ਮੈਂ ਜਿਸ ਰੱਖੇ ਉਦਾਸ, ਕਹੇ ਕਬੀਰ ਹੂੰ ਤਾਂ ਕੋ ਦਾਸ। ਇਹ ਸਰੀਰ 'ਚ ਰਹਿੰਦਿਆਂ ਰਹਿੰਦਿਆਂ ਮਾਇਆ ਦਾ ਤਿਆਗ ਕਰਕੇ ਇਹ ਕਾਲਪਨਿਕ ਦੁਨੀਆ ਦਾ ਆਪਾਂ ਆਪਦੇ ਘਰ ਪਹੁੰਚਣਾ ਵਾ। ਜੇ ਆਪਾਂ ਸਲੋਕ ਦੇ ਸ਼ਬਦ ਵਿਚਾਰੀਏ, ਸਤਿਗੁਰ ਕੀ ਸਮਝਾਉਣਾ ਚਾਹੁੰਦੇ ਨੇ। ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਤੇ ਇਹਦੇ ਬਰਾਬਰ ਭਾਈ ਕਿਵੇਂ ਹੋ ਸਕਦਾ ਹੈ ਫਿਰ ਕੋਈ? ਇਹ ਨਾਮ ਦੀ ਬਰਾਬਰੀ ਕਿਵੇਂ ਕਰ ਸਕਦਾ? ਕੋਈ ਵੀ ਗਿਆਨ ਨਾਮ ਦੀ ਬਰਾਬਰੀ ਨਹੀਂ ਕਰ ਸਕਦਾ। ਜਿੰਨੇ ਵੀ ਸੰਸਾਰੀ ਗਿਆਨ ਨੇ ਸਾਡੇ, ਉਹ ਮਾਇਆ ਦੇ ਨੇ, ਮਾਨਵ ਸੋਚ ਦੇ ਨੇ। ਉਹ ਵੀ ਉਹਨੀ ਪੈਦਾ ਕੀਤੇ ਨੇ। ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਜੋ ਤਿਸ ਭਾਵੇ ਨਾਨਕਾ ਸਾਈਂ ਗੱਲ ਚੰਗੀ। ਸੰਸਾਰੀ ਗਿਆਨ ਮਾਇਆ ਦੇ ਉਹ ਵੀ ਹਰ ਨੇ ਪੈਦਾ ਕੀਤੇ ਨੇ। ਹੁਣ ਆਪਾਂ ਹਰ ਦਾ ਦਰਸ਼ਨ ਕਰਨਾ ਹੈ। ਬਾਣੀ ਹਰ ਕਥਾ ਹੈ, ਸਭ ਤੇ ਉੱਤਮ ਹਰ ਕੀ ਕਥਾ। ਨਾਮ ਸੁਣਤ ਦਰ ਦੁੱਖ ਲੱਥਾ। ਜਿਹੜੇ ਇਹਨੂੰ ਸੁਣਦੇ ਰਹਿਣਗੇ, ਵਿਚਾਰਦੇ ਰਹਿਣਗੇ, ਉਹ ਅਮਰ ਹੋ ਜਾਣਗੇ, ਆਪਦੇ ਘਰ ਪਹੁੰਚ ਜਾਣਗੇ। ਉਹੀ ਸਤਿਗੁਰਾਂ ਨੇ ਆਪਾਂ ਨੂੰ ਸਮਝਾਇਆ, ਰਾਮ ਨਾਮ ਉਰ ਮਹਿ ਗਇਓ, ਜਾ ਕੇ ਸਮ ਨਹੀਂ ਕੋਈ। ਇਹਦੇ ਬਰਾਬਰ ਕੋਈ ਨਹੀਂ ਭਾਈ। ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ। ਇਹਨੂੰ ਇੱਕ ਵਾਰੀ ਸਮਝ ਲੈਣਾ ਹੈ। ਜਿਹੜੀ ਚੀਜ਼ ਸਮਝੀ ਜਾਂਦੀ ਹੈ ਉਹ ਆਪਾਂ ਭੁੱਲਦੇ ਨਹੀਂ। ਜਿਵੇਂ ਪੜ੍ਹਾਈਆਂ ਵੀ ਕਰਦੇ ਆ ਬੱਚੇ, ਉਹ ਕਿਹੜਾ ਅਸੀਂ ਭੁੱਲ ਜਾਂਦੇ ਹਾਂ। ਜੇ ਛੱਡ ਵੀ ਦਈਏ, ਉਹਨਾਂ ਕੁ ਤਾਂ ਆਪਾਂ ਨੂੰ ਯਾਦ ਹੀ ਰਹਿੰਦਾ। ਇਹ ਇੱਕ ਐਸਾ ਪ੍ਰਕਾਸ਼ ਹੈ ਜੀ, ਮਾਇਆ ਪਾਰ ਕਰ ਜਾਂਦਾ ਹੈ। ਪਾਰ ਉਹ ਪਾਰ ਪ੍ਰੀਤਮ ਗੁਰ ਸ਼ਬਦ ਲੰਘਾਵੇ। ਇਹਦੇ ਬਰਾਬਰ ਫਿਰ ਕਿਵੇਂ ਕੋਈ ਹੋ ਸਕਦਾ ਭਾਈ? ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ। ਇਹਨੂੰ ਸਮਝਣਾ, ਵਿਚਾਰਨਾ, ਇਹਦੀ ਖਾਤਰ ਹੀ ਆਪਾਂ ਨੂੰ ਮਨੁੱਖਾ ਦੇਹੀ ਮਿਲੀ ਹੈ। ਇਸ 53ਵਾਂ ਸਲੋਕ ਇੱਥੇ ਪੂਰਾ ਹੋ ਗਿਆ। ਜਿੰਨੀ ਕੁਦਰਤ ਨੇ ਆਪਾਂ ਨੂੰ ਮੱਤ ਬਖਸ਼ੀ ਹੈ, ਆਪਾਂ ਇਹਦੀ ਵਿਚਾਰ ਕੀਤੀ ਆ ਔਰ ਲੱਗੇ ਹੀ ਰਹਿਣਾ ਵਾ। ਇਹ 'ਚੋਂ ਆਪਾਂ ਨੂੰ ਗੁਰ ਸ਼ਬਦ 'ਚੋਂ ਗੁਰ ਗਿਆਨ ਦੀ ਪ੍ਰਾਪਤੀ ਹੋਊਗੀ, ਜਿਹਦੇ ਨਾਲ ਮਨ ਨੇ ਥਿਰ ਹੋਣਾ ਵਾ। ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਗੁਰ ਸ਼ਬਦ ਤੋਂ ਬਿਨਾਂ ਗਿਆਨ ਨਹੀਂ ਹੋਣਾ, ਗਿਆਨ ਤੋਂ ਬਿਨਾਂ ਮਨ ਨੇ ਟਿਕਣਾ ਨਹੀਂ। ਉਹੀ ਸਤਿਗੁਰਾਂ ਨੇ ਸਮਝਾਇਆ, ਰਾਮ ਨਾਮ ਉਰ ਮਹਿ ਗਏ ਉਹ, ਜਾ ਕੇ ਸਮ ਨਹੀਂ ਕੋਈ। ਜਿਹੜੇ ਇਹਨੂੰ ਵਿਚਾਰਦੇ ਨੇ, ਹਿਰਦੇ ਦੇ ਵਿੱਚ ਵਸਾ ਲੈਂਦੇ ਨੇ, ਉਹ ਪਾਰ ਨਿਕਲ ਜਾਂਦੇ ਨੇ। ਜਹ ਸਿਮਰਤ, ਜਿਹੜੇ ਇਹਨੂੰ ਲੱਗੇ ਰਹਿੰਦੇ ਨੇ ਸਮਝ ਵਿਚਾਰਨ 'ਚ, ਉਹਨਾਂ ਨੂੰ ਸੋਝੀ ਪ੍ਰਾਪਤ ਹੁੰਦੀ ਹੈ। ਉਹੀ ਸਿਮਰਨ ਹੈ। ਸੰਕਟ ਖਤਮ ਹੋ ਜਾਂਦਾ, ਨਾ ਜੰਮਣ ਮਰਨ ਕੱਟਿਆ ਜਾਂਦਾ ਹੈ। ਦਰਸ ਤੁਹਾਰ ਹੋਏ, ਫਿਰ ਇਹਨੂੰ ਆਪਦੇ ਮੂਲ ਹਰ ਦਾ ਦਰਸ਼ਨ ਹੁੰਦਾ ਹੈ। ਉਹੀ ਦੇਵਲੋਕ ਹੈ, ਉਹੀ ਦਸਵਾਂ ਦੁਆਰ ਹੈ, ਉਹੀ ਹਰਮੰਦਰ ਹੈ, ਉਹੀ ਮਸੀਤ ਹੈ। ਅਨੇਕਾਂ ਨਾਮ ਦੇ ਕੇ ਆਪਾਂ ਨੂੰ ਬਾਣੀ ਨੇ ਸਮਝਾਇਆ ਵਾ। ਉਹਦੀ ਆਪਾਂ ਪ੍ਰਾਪਤੀ ਕਰਨੀ ਹੈ। ਫਿਰ ਅੱਗੇ ਆਪਣੀ ਨਾਮ ਦੀ ਭਗਤੀ ਸ਼ੁਰੂ ਹੋਣੀ ਆ। ਪਿੱਛੇ ਵੀ ਆਪਾਂ ਵਿਚਾਰ ਕੀਤੀ ਸੀ, ਇਹ 4 ਪਦਾਰਥਾਂ ਦੀ ਪ੍ਰਾਪਤੀ ਖਾਤਰ ਆਪਾਂ ਨੂੰ ਮਨੁੱਖਾ ਜੀਵਨ ਮਿਲਿਆ। ਹੁਣ ਆਪਾਂ ਇੱਥੋਂ ਆਪਦੇ ਘਰ ਪਹੁੰਚਣਾ ਵਾ। 4 ਪਦਾਰਥ ਜੇ ਕੋ ਮੰਗੇ, ਸਾਧ ਜਨਾ ਕੀ ਸੇਵਾ ਲਾਗੇ। 4 ਪਦਾਰਥਾਂ ਦੀ ਆਪਾਂ ਪ੍ਰਾਪਤੀ ਕਰਨੀ ਹੈ। ਇਹ ਗੁਰਸ਼ਬਦ ਤੋਂ ਬਿਨਾਂ ਨਹੀਂ ਆਪਾਂ ਨੂੰ ਹੋਣੀ। ਗੁਰਸ਼ਬਦ 'ਚੋਂ ਜਿਹੜਾ ਪਹਿਲਾ ਗਿਆਨ ਹੁੰਦਾ ਹੈ, ਉਹ ਪਹਿਲਾ ਪਦਾਰਥ ਆਪਣਾ। ਉਹਦੇ ਨਾਲ ਆਪਾਂ ਨੂੰ ਦੂਜਾ ਪਦਾਰਥ ਮੁਕਤੀ, ਮਨ ਸੰਤੋਖ 'ਚ ਆ ਜਾਂਦਾ ਹੈ। ਉਹ 2 ਪਦਾਰਥ ਆਪਾਂ ਨੂੰ ਮਿਲ ਜਾਂਦੇ। ਤੀਜਾ ਪਦਾਰਥ ਫਿਰ ਆਪਣੀ ਭਗਤੀ ਸ਼ੁਰੂ ਹੁੰਦੀ ਹੈ, ਜਿਹਨੂੰ ਬਾਣੀ ਵਿੱਚ ਨਾਮ ਕਰਕੇ ਆਖਿਆ ਵਾ। ਉਹੀ ਤਾਂ ਹੁਕਮ ਹੈ। ਨਾਮੇ ਉਤਪਤ ਨਾਮੇ ਹੀ ਪਰਲੋ। ਉਹਦੇ ਨਾਲ ਸ੍ਰਿਸ਼ਟੀ ਪੈਦਾ ਹੁੰਦੀ ਹੈ, ਉਹਦੇ ਨਾਲ ਸਮਾਪਤ ਹੁੰਦੀ ਹੈ। ਫਿਰ ਆਪਣੀ ਨਾਮ ਦੀ ਭਗਤੀ ਸ਼ੁਰੂ ਹੁੰਦੀ ਹੈ। ਸਾਧ ਸੰਗਤ ਕੈਸੀ ਜਾਣੀਏ, ਜਿੱਥੇ ਇੱਕੋ ਨਾਮ ਬਖਾਣੀਏ। ਇੱਕੋ ਨਾਮ ਹੁਕਮ ਹੈ, ਸਤਿਗੁਰ ਦੀ ਆ ਬਜਾਏ ਜੀਓ। ਹੁਕਮੇ ਅੰਦਰ ਸਭ ਕੋ ਬਾਹਰ, ਹੁਕਮ ਨਾ ਕੋਏ। ਨਾਨਕ ਹੁਕਮੇ ਜੇ ਬੁਝੇ, ਤਾਂ ਹਉਮੈ ਕਹੇ ਨਾ ਕੋਈ। ਜਿਹੜੇ ਹੁਕਮ ਨੂੰ ਸਮਝ ਲੈਂਦੇ ਨੇ, ਉਹ ਸਮਾ ਜਾਂਦੇ ਨੇ। ਉਹੀ ਤਾਂ ਨਾਮ ਹੈ। ਉਹ ਆਪਣਾ ਤੀਜਾ ਪਦਾਰਥ ਹੈ। ਜਦੋਂ ਸਮਾ ਜਾਂਦੇ ਨੇ ਹੁਕਮ 'ਚ, ਸਰੀਰ ਛੱਡਣ ਤੋਂ ਬਾਅਦ ਉਹ ਆਪਦੇ ਘਰ ਪਹੁੰਚ ਜਾਂਦੇ ਨੇ। ਚੌਥਾ ਉਹ ਜਨਮ ਹੈ। ਇਹ 4 ਪਦਾਰਥਾਂ ਦੀ ਆਪਾਂ ਪ੍ਰਾਪਤੀ ਕਰਨੀ ਹੈ। ਇਹ ਹਰ ਦਾ ਜਿਹੜਾ ਗਿਆਨ ਹੈ ਆਪਾਂ ਲੈਣਾ ਹੈ।
ਘਟ ਘਟ ਮੇ ਹਰਜੂ ਵਸੇ ਸੰਤਨ ਕਹਿਓ ਪੁਕਾਰ। ਇਹ ਹਰ ਕਥਾ ਹੈ, ਇਹਨੂੰ ਸੁਣਦੇ ਵਿਚਾਰਦੇ ਰਹਿਣਾ ਆਪਾਂ, ਆਪਣਾ ਕਾਲ ਤੋਂ ਛੁਟਕਾਰਾ ਹੋਊ। ਆਓ ਸਾਰੇ ਮਿਲ ਕੇ ਇਹਨੂੰ ਵਿਚਾਰਦੇ ਰਹੀਏ, ਸਾਨੂੰ ਵੀ ਇਹ ਪ੍ਰਾਪਤੀ ਹੋਵੇ, ਸਾਡਾ ਵੀ ਸੰਸਾਰ 'ਤੇ ਆਉਣਾ ਸਫਲ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।